ਧੰਨ ਵਾਹਿਗੁਰੂ ਸਾਹਿਬ ਜੀ। ਹਮ ਕਿਆ ਗੁਣ ਤੇਰੇ ਵਿਥਰੇ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਹਰ ਨਾਮ ਸਲਾਹ ਹੈ ਦਿਨ ਰਾਤ, ਏਹਾ ਆਸ ਆਧਾਰੋ। ਹਮ ਮੂਰਖ ਕਿਛੂ ਨ ਜਾਣਹਾ, ਕਿਵ ਪਾਵਹਿ ਪਾਰੋ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ। ਮਹਿਮਾ ਕੇਤਕ ਆਖੀਐ, ਬਰਨੀ ਨਹ ਜਾਏ। ਕੋਟ ਜਿਹਵ ਕਰ ਭਾਖੀਐ, ਤਉ ਪਾਰ ਨਾ ਪਾਏ। ਸਗਲ ਦਵਾਰ ਕਉ ਛਾੜ ਕੈ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਦਰਬਾਰ ਦੇ ਅੰਦਰ ਆਪ ਸਭ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਕਿ ਆਪਣੀ ਹਜ਼ੂਰੀ ਦਾ ਆਨੰਦ ਮਾਣਨ ਲਈ ਇਹ ਘੜੀਆਂ ਬਖਸ਼ੀਆਂ ਨੇ। ਆਓ ਗੁਰਬਾਣੀ ਦੀ ਵਿਚਾਰ ਰਾਹੀਂ ਇਹਨਾਂ ਘੜੀਆਂ ਨੂੰ ਸਫਲਾ ਕਰੀਏ। ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਭਾਵਨਾ ਸਹਿਤ ਨਮਸਕਾਰ ਕਰੀਏ। ਮੇਰੀ ਬੇਨਤੀ ਹੈ, ਐਸੀ ਭਾਵਨਾ ਦੇ ਨਾਲ ਸਤਿਗੁਰੂ ਦੀ ਹਜ਼ੂਰੀ ਵਿੱਚ ਸਜੀਏ। ਨੇਤਰ ਬੰਦ ਕਰਕੇ ਮਹਿਸੂਸ ਕਰੀਏ ਕਿ ਅੱਜ ਵੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰਾਂ ਭਰੀ ਰਹਿਮਤਾਂ ਭਰੀ ਛੜੀ ਵਰਤ ਰਹੀ ਹੈ। ਰਹਿਮਤਾਂ ਵਰਤ ਰਹੀਆਂ ਨੇ। ਗੁਰੂ ਕੇ ਸਿੱਖ ਨੇ ਭਾਵਨਾ ਬਣਾਉਣੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਹਿਸੂਸ ਕਰਦੇ ਹੋਏ ਸਤਿਗੁਰੂ ਦੀ ਰਹਿਮਤ ਦਾ ਪਾਤਰ ਬਣਨਾ ਹੈ। ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਵਾਓ ਔਰ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਪਵਿੱਤਰ ਅਸਥਾਨ ਤੋਂ ਰੋਜ਼ਾਨਾ ਆਪ ਸਭ ਸੰਗਤਾਂ ਧੁਰੋਂ ਦਰਗਾਹੋਂ ਆਈ ਹੋਈ ਬਾਣੀ ਇਸ ਵਿਛੜੀ ਹੋਈ ਜੀਵ ਆਤਮਾ ਨੂੰ ਪਰਮ ਆਤਮਾ ਤੱਕ ਪਹੁੰਚਾਉਣ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਸਰਵਣ ਕਰਦੇ ਹੋ। ਖਾਲਸਾ ਜੀ, ਅੱਜ ਦੇ ਪਾਵਨ ਪਵਿੱਤਰ ਦੇ ਸ਼ਬਦ, ਜਿਸ ਸ਼ਬਦ ਦੀ ਵਿਚਾਰ ਆਰੰਭ ਕਰਨੀ ਹੈ, ਉਹ ਸ਼ਲੋਕ ਅਤੇ ਪੌੜੀ ਆਪ ਜੀ ਨੇ ਸਿੰਘ ਸਾਹਿਬ ਰਣਜੀਤ ਸਿੰਘ ਜੀ ਪਾਸੋਂ ਸਰਵਣ ਕੀਤਾ। ਕਾਨੜੇ ਕੀ ਵਾਰ ਦੇ ਅੰਦਰ 1314 ਅੰਗ ਤੇ 2 ਸ਼ਲੋਕ ਅਤੇ 5ਵੀਂ ਪੌੜੀ ਕਾਨੜੇ ਕੀ ਵਾਰ ਦੀ, ਉਸ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ। ਔਰ ਸਮਝਣਾ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੈਸੀ ਬਖਸ਼ਿਸ਼ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸ਼ਖਸੀਅਤ ਤੋਂ ਜਾਣੂ ਕਰਾਉਂਦੇ ਨੇ ਕਿ ਪ੍ਰਮਾਤਮਾ ਕੈਸੀ ਹਸਤੀ ਦਾ ਮਾਲਕ ਹੈ, ਕੈਸੀ ਸ਼ਖਸੀਅਤ ਦਾ ਮਾਲਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ। ਸ਼ਲੋਕ ਮਹੱਲਾ ਚੌਥਾ। ਹਮਰੀ ਜਿਹਬਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਇਨਸਾਨ ਦੇ ਇਸ ਜੀਵ ਦੀ ਜੋ ਜ਼ਬਾਨ ਹੈ ਉਹ ਇੱਕ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਮਾਣ ਕਰਕੇ ਬੈਠ ਜਾਂਦਾ ਹੈ ਕਿ ਸ਼ਾਇਦ ਮੈਂ ਉਸ ਪ੍ਰਮਾਤਮਾ ਦੀ ਅੰਤ ਤੱਕ ਪਹੁੰਚ ਜਾਵਾਂਗਾ। ਪ੍ਰਮਾਤਮਾ ਦੇ ਗੁਣਾਂ ਨੂੰ ਗਾ ਕਰਕੇ ਇੱਕ ਦਿਨ ਗੁਰੂ ਘਰ ਸੇਵਾ ਕਰਕੇ ਕਿਤੇ ਨਾ ਕਿਤੇ ਮਨ ਵਿੱਚ ਹੰਕਾਰ ਆ ਜਾਂਦਾ।
ਸਤਿਗੁਰੂ ਸਾਡੇ ਅੰਦਰ ਉਸ ਹੰਕਾਰ ਨੂੰ ਦੂਰ ਕਰਨ ਦੇ ਲਈ, ਹਉਮੈ ਨੂੰ ਦੂਰ ਕਰਨ ਦੇ ਲਈ ਇਹ ਬਚਨ ਕਰਦੇ ਨੇ ਕਿ ਐ ਭਾਈ, ਇਨਸਾਨ ਦੇ ਇਸ ਚਮੜੇ ਦੀ ਜ਼ਬਾਨ ਇੱਕ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣ ਉਹ ਅਥਾਹ ਨੇ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਪਰਮਾਤਮਾ ਦੇ ਗੁਣ ਬੇਅੰਤ ਨੇ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਅੰਦਰ ਬਚਨ ਕੀਤੇ ਕਿ ਮਹਿਮਾ ਕੇਤਕ ਆਖੀ ਹੈ ਬਰਨੀ ਨਹਿ ਜਾਏ, ਕੋਟ ਜਿਹਵ ਕਰ ਭਾਖੀ ਹੈ ਤਉ ਪਾਰ ਨਾ ਪਾਏ। ਸਰਬ ਲੋ ਗ੍ਰੰਥ ਸਾਹਿਬ 'ਚ ਪਾਤਸ਼ਾਹ ਨੇ ਬਚਨ ਕੀਤੇ ਕਿ ਮੈਂ ਕਿਹੜੀ ਕਿਹੜੀ ਮਹਿਮਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਿਆਨ ਕਰਾਂ, ਕਿਉਂਕਿ ਇਸ ਅਲਪੱਗ ਜੀਵ ਦੇ ਵਿੱਚ ਸਮਰੱਥਾ ਨਹੀਂ ਕਿ ਉਸ ਅਲੌਕਿਕ ਖੁਦਾ ਦੀ ਉਪਮਾ ਨੂੰ ਇਹ ਲੌਕਿਕ ਬੋਲੀ ਦੇ ਨਾਲ ਬਿਆਨ ਕਰ ਸਕੇ। ਮਹਿਮਾ ਕੇਤਕ ਆਖੀ ਹੈ ਬਰਨੀ ਨਹਿ ਜਾਏ, ਕੋਟ ਜਿਹਵ ਕਰ ਭਾਖੀ ਹੈ ਤਉ ਪਾਰ ਨਾ ਪਾਏ। ਕਰੋੜਾਂ ਹੀ ਜ਼ਬਾਨਾਂ ਹੋਣ ਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮਹਿਮਾ ਦਾ, ਗੁਣਾ ਦਾ ਕੋਈ ਅੰਤ ਨਹੀਂ ਪਾ ਸਕਦਾ। ਪਰਮਾਤਮਾ ਬੇਅੰਤ ਹੈ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਪਰਮਾਤਮਾ ਦਾ ਅੰਤ ਪਾਉਣਾ ਤੇ ਇੱਕ ਪਾਸੇ ਪਰਮਾਤਮਾ ਨੇ ਜਿਸ ਕੁਦਰਤ ਦੀ ਸਾਜਨਾ ਕੀਤੀ ਹੈ, ਬ੍ਰਹਮੰਡ ਦੀ ਸਾਜਨਾ ਕੀਤੀ ਹੈ ਖਾਲਸਾ ਜੀ, ਜੇ ਬ੍ਰਹਮੰਡ ਨੂੰ ਕੁਦਰਤ ਨੂੰ ਤੱਕੀਏ ਤੇ ਕੁਦਰਤ ਦੇ ਗੁਣਾਂ ਦਾ ਹੀ ਅੰਤ ਨਹੀਂ ਪਾਇਆ ਜਾਣਾ। ਪਰਮਾਤਮਾ ਨੇ ਬਨਸਪਤੀ ਬਣਾਈ, ਰੁੱਖ ਬਣਾਏ, ਰੁੱਖ ਇਨਸਾਨ ਨੂੰ ਆਕਸੀਜਨ ਬਖਸ਼ ਰਹੇ ਨੇ। ਪਰਮਾਤਮਾ ਨੇ ਜਲ ਬਣਾਇਆ, ਜਲ ਪੈਦਾ ਕੀਤਾ, ਜਲ ਪਾਣੀ ਉਹ ਵੀ ਇਨਸਾਨ ਨੂੰ ਜੀਵਨ ਦੇ ਰਿਹਾ ਕਿ ਪਰਮਾਤਮਾ ਦੀ ਬਣਾਈ ਹੋਈ ਕੱਲੀ ਕੱਲੀ ਰਚਨਾ ਦੇ ਅੰਦਰ ਹੀ ਗੁਣਾਂ ਦਾ ਖਜ਼ਾਨਾ ਹੈ। ਜਿਸ ਤਰ੍ਹਾਂ ਇੱਕ ਰੰਗਲੇ ਸੱਜਣ ਨੇ ਸ਼ਬਦ ਵਰਤੇ ਕਿ ਰਚਨਾ ਤੇਰੀ ਦੀ ਸਿਫਤ ਕੀ ਕਰ ਸਕਾਂ, ਦ੍ਰਿਸ਼ਟ ਆਵੇ ਨਾ ਦ੍ਰਿਗ ਮੂਲ ਅੱਗੇ, ਕਿਤੇ ਸਿੰਧ ਖਾਰਾ ਵਿਸ਼ਾਲ ਰਚਿਆ, ਕਿਧਰੇ ਉਸ ਪਾਸੇ ਦਰਿਆ ਵਗੇ। ਕਹਿੰਦੇ ਪਰਮਾਤਮਾ ਦੀ ਉਪਮਾ ਦਾ, ਪਰਮਾਤਮਾ ਦੀ ਰਚਨਾ ਦਾ, ਪਰਮਾਤਮਾ ਦੀ ਇਸ ਰਚਨਾ ਦਾ ਕੋਈ ਮਹਿਮਾ ਬਿਆਨ ਨਹੀਂ ਕਰ ਸਕਦਾ। ਕਿਤੇ ਤੇ ਉਸਨੇ ਸਿੰਧ ਖਾਰਾ ਨੂਣਾ ਪਾਣੀ ਵਾਲਾ ਵਿਸ਼ਾਲ ਸਾਗਰ ਰਚ ਦਿੱਤਾ, ਔਰ ਕਿਤੇ ਐਸੀ ਖੇਡ ਬਣਾ ਦਿੱਤੀ ਕਿ ਦਰਿਆਵਾਂ ਦਾ ਪਾਣੀ ਉਸ ਸਾਗਰ ਵੱਲ ਵਹਾ ਤੁਰਿਆ। ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਅਗੰਮੀ ਖੇਡ ਹੈ ਕਿ ਜੇ ਕੁਦਰਤ ਦੇ ਅਲੌਕਿਕ ਨਜ਼ਾਰੇ ਨੂੰ ਤੱਕਾਂਗੇ ਤਾਂ ਵੀ ਇੱਕ ਅਚਰਜ ਸਮਾਧੀ ਨੂੰ ਪ੍ਰਾਪਤ ਹੋ ਜਾਵਾਂਗੇ। ਇਸੇ ਕਰਕੇ ਮਹਾਂਪੁਰਖ ਸਤਿਪੁਰਸ਼ ਬਚਨ ਵਰਤਦੇ ਨੇ ਕਿ ਭਾਈ ਉਸ ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਪਰ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਦੇ ਉੱਤੇ ਮਾਣ ਜ਼ਰੂਰ ਕੀਤਾ ਜਾ ਸਕਦਾ ਹੈ। ਹਮੇਸ਼ਾ ਬੰਦਾ ਭੁਲੇਖਾ ਖਾ ਕਰਕੇ ਆਪਣੇ ਆਪ ਤੇ ਮਾਣ ਕਰਦਾ ਕਿ ਸ਼ਾਇਦ ਮੇਰੀ ਹਸਤੀ ਹੈ, ਮੇਰੀ ਕੋਈ ਪਾਵਰ ਹੈ, ਕੋਈ ਤਾਕਤ ਹੈ। ਪਰ ਸਤਿਗੁਰੂ ਕਹਿੰਦੇ ਕਦੇ ਆਪਣੇ ਆਪ ਤੇ ਮਾਣ ਨਾ ਕਰ, ਉਸ ਪਰਮਾਤਮਾ ਤੇ, ਉਸ ਖੁਦਾ ਤੇ ਮਾਣ ਕਰ ਜਿਨੇ ਤੈਨੂੰ ਬਣਾਇਆ ਹੈ, ਕਿਉਂਕਿ ਆਪਣੇ ਆਪ ਤੇ ਕੀਤਾ ਮਾਣ ਹਮੇਸ਼ਾ ਮਾਰ ਕੇ ਰੱਖ ਦਿੰਦਾ ਹੈ, ਪਰ ਖੁਦਾ ਤੇ ਕੀਤਾ ਮਾਣ ਹਮੇਸ਼ਾ ਇਸ ਭਵਸਾਗਰ ਨੂੰ ਤਾਰ ਕੇ ਰਖਾ ਦਿੰਦਾ। ਖੁਦਾ ਤੇ ਮਾਣ ਕੀਤਾ ਹੋਵੇ ਤੇ ਬੰਦਾ ਸੰਸਾਰ ਰੂਪੀ ਭਵਸਾਗਰ ਨੂੰ ਤਰ ਜਾਂਦਾ। ਮੈਂ ਖਿਣ ਮਾਤਰ ਬੇਨਤੀ ਕਰਾਂ ਖਾਲਸਾ ਜੀ ਕਿ ਖੁਦਾ ਦੀਆਂ ਦਿੱਤੀਆਂ ਦਾਤਾਂ ਤੇ ਵੀ ਗੁਰੂ ਕਾ ਸਿੱਖ ਮਾਣ ਕਰੇ, ਤੇ ਜੋ ਗੁਰੂ ਕੇ ਖਾਲਸੇ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਰਾਸਤ ਬਖਸ਼ੀ ਹੈ, ਦਾਤਾਂ ਬਖਸ਼ੀਆਂ ਨੇ, ਇੱਕ ਨਿਆਰਾਪਣ ਬਖਸ਼ਿਆ ਹੈ ਗੁਰੂ ਕੇ ਖਾਲਸੇ ਨੂੰ। ਇਸ ਨਿਆਰੇਪਣ ਤੇ ਵੀ, ਇਸ ਮਰਿਆਦਾ ਤੇ ਵੀ, ਇਸ ਗੁਰੂ ਕੀ ਅਕਾਲੀ ਬਾਣੀ ਔਰ ਅਕਾਲੀ ਬਾਣੇ ਤੇ ਵੀ ਗੁਰੂ ਕਾ ਸਿੱਖ ਮਾਣ ਕਰੇ। ਮਾਣ ਦੇ ਨਾਲ ਆਪਣੇ ਸੀਸ ਦੇ ਉੱਤੇ ਦਸਤਾਰ ਸਜਾਵੇ, ਮਾਣ ਦੇ ਨਾਲ ਆਪਣੇ ਤਨ ਦੇ ਉੱਤੇ ਸ਼ਸਤਰ ਸਜਾਇਆ ਕਰੇ, ਪੰਜੇ ਕਕਾਰਾਂ ਦਾ ਧਾਰਨੀ ਹੋਵੇ। ਕਿਉਂਕਿ ਇਹ ਪੰਜੇ ਕਕਾਰ ਗੁਰੂ ਕੀ ਇਹ ਵਿਰਾਸਤ ਕੇਵਲ ਥੋੜੇ ਮੁੱਲ ਦੇ ਵਿੱਚ ਨਹੀਂ ਮਿਲੀ। ਸਾਡੇ ਪੂਰਵਜਾਂ ਨੇ ਇਸ ਵਿਰਾਸਤ ਨੂੰ ਬਰਕਰਾਰ ਰੱਖਣ ਦੇ ਲਈ ਬਹੁਤ ਵੱਡੀਆਂ ਘਾਲਣਾ ਘਾਲੀਆਂ, ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਬੀਤੇ ਦਿਨੀ ਆਪ ਸਭ ਸੰਗਤਾਂ ਦੇ ਨਾਲ ਹਠੀ ਤਪੀ ਮਹਾਂਪੁਰਖ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜੀ, ਉਹਨਾਂ ਦੇ ਜੀਵਨ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾਈ ਸੀ। ਪਿਆਰ ਵਾਲਿਓ, ਐਸੇ ਸਤਿਪੁਰਸ਼ ਮਹਾਂਪੁਰਖ ਜਿਨ੍ਹਾਂ ਪਰਥਾਏ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਲਿਖਦੇ ਨੇ ਕਿ ਸਾਹਿਬ ਸਿੰਘ ਜਥੇਦਾਰ ਵਹੀਰਾ, ਹਠੀ ਤਪੀ ਗੁਣ ਸਿਦਕ ਗੰਭੀਰਾ। ਕਹਿੰਦੇ ਨੇ ਬਾਬਾ ਸਾਹਿਬ ਸਿੰਘ ਕਲਾਧਾਰੀ ਜਿਸ ਦਲ ਪੰਥ ਬੁੱਢਾ ਦਲ ਦੇ ਜਥੇਦਾਰ ਨੇ, ਐਸੇ ਹਠੀ ਤਪੀ ਜਪੀ ਤਪੀ ਮਹਾਂਪੁਰਖ ਨੇ। ਗੁਣਾਂ ਦਾ ਖਜ਼ਾਨਾ ਹੈ। ਜਦੋਂ ਕਥਾ ਕਰਦੇ ਨੇ ਤੇ ਕਥਾ ਦੇ ਬੋਲਾਂ ਨੂੰ ਸੁਣ ਕਰਕੇ ਅੰਮਿਓ ਰਸ ਚੋਣ ਲੱਗ ਪੈਂਦਾ।
मैं बेनती की बीते दिनी कि महापुरखों ने खालसा पंथ की विरासतां नूं मर्यादा नूं बरकरार रखण दे लई किस तरह कुर्बानियां कीतियां, घालना घालियां। खालसा जी समय समय सिर गुरु के खालसे पंथ की चढ़त नूं वेख करके हुकूमतां बर्दाश्त नहीं करदियां कि गुरु के खालसे पंथ नूं न्यारापण सतगुरु ने दिता, ये मौके दीआं हुकूमतां वल्लों बर्दाश्त नहीं हुंदा। अंग्रेज हुकूमत तो भी बर्दाश्त ना होया जदों गुरु खालसा पंथ ने अंग्रेज हुकूमत नूं भी हार चटा दिती रण तत्ते दे अंदर। ते प्यार वालिओ, कूटनीति अपनाई अंग्रेज हुकूमत ने कि गुरु का खालसा पंथ, गुरु के सिख जो शस्त्र अपने तन ते सजाउंदे ने, गात्रे विच किरपान धारण करते ने, पंजवां ककार एक किरपान नूं धारण करते ने। खालसा जी अंग्रेज हुकूमत ने पाबंदी लगा दी कि कोई भी सिख अपने गात्रे दे विच किरपान नहीं रख सकता, कोई भी सिख शस्त्रधारी नहीं हो सकता। सीधे सीधे लफ्ज़ां दे विच गुरु की बख्शी दात तो तोड़न का यतन किया कि इन्हां नूं बाणी तो तोड़ दिता जावे, बाणे तो तोड़ दिता जावे, ते जो खालसे पंथ च न्यारापण है वो अपने आप दूर हो जाएगा। दुविधा पाउण दे यतन किए गए। पर जिस वक्त ये हुक्म जारी होए अंग्रेज हुकूमत वालों कि कोई भी सिख अपने गात्रे शस्त्र ना पहने, बल्कि गुरु का हुक्म है जब हमरे दर्शन को आवो बाण सुचेत तन शस्त्र सजावो, पर फिर भी खालसे पंथ की चढ़त बर्दाश्त ना हुई। ते उन्हां दिनां दे विच फिर बुढ़ा दल दे जथेदार सिंह साहब बाबा साहिब सिंह कलाधारी जी ने उन्होंने अंग्रेज हुकूमत के विरुद्ध एक मोर्चा शुरू कर दिता, एक लहर चला दी कि ये गुरु के खालसे पंथ की विरासत है और गुरु का खालसा पंथ संसारक हुकूमतां दे अधीन नहीं बल्कि ये उस निरंकार हुकूमत के अधीन है। प्रगट्यो खालसा परमात्म की मौज, खालसा अकाल पुरख की फौज। ये गुरु का खालसा उस अकाल पुरख वाहेगुरु परमात्मा के अधीन है, ये अकाल पुरख वाहेगुरु की फौज है। अज कोई हुक्मरान ये पाबंदी ला दे कि सिख शस्त्र नहीं पहनणगे, ये बर्दाश्त नहीं किया जाएगा। दिल्ली की धरती ते भी उस समय अंग्रेज हुकूमत वालों सिखां दे उत्ते वाधी की गई, क्योंकि जदों हुकूमतां किसे एक पंथ नूं, एक कौम नूं खत्म करन ते आ जाण ते प्यार वालिओ कूटनीतियां दे नाल वख-वख इलाकिਆਂ दे विच उस कौम दे पैरोकारां उत्ते हमले करदे ने, वाधियां करदे आ। ते उन्हां दिनां दे विच बाबा साहिब सिंह जी कलाधारी जी ने जिथे पंजाब की धरती ते भी उत्थे दिल्ली की धरती ते भी आ करके मोर्चा चलाया। ते खालसा जी जदों इस तरह की लहर गुरु के खालसे पंथ ने चलाई, क्योंकि उस समय वख-वख लहरां चलियां, पंजाबी सूबे मोर्चे की लहर चली, अकाली लहर चली, उन्हां विच भी सिंह साहब बाबा साहिब सिंह कलाधारी जी ने सब तो वध योगदान पाया। जदों इस तरह की लहर चली ते अंग्रेज हुकूमतां ने गुरु के खालसे पंथ नूं नज़रबंद कर दिता। बाबा साहिब सिंह कलाधारी जी नूं, समुचे गुरु के निहंग सिंघां नूं, बुढ़े दल नूं नज़रबंद कर दिता अंग्रेज सरकार ने। और पुराने सिंह ये दसदे ने, इतिहास के पन्ने गवाही भरते हैं कि इतनियां पाबंदियां ला दित्तियां गुरु के सिंघां दे उत्ते कि कोई भी किसी भी सिंह तक कोई रस्त वस्त पहुँच ना सके, भाव अन्न की तोट आ जाए, ये भुखे मर जाण। दूसरा किसे वस्त्र, कोई वस्त्र भी ना तक पहुँच ना सके ताकि ये बाणा सजा के गुरु के सिंह साजी ना सकन। ते पुराने सिंह दसदे कि उन्हां दिनां विच जदों गुरु के सिंघां ने जदों अन्न की तोट आ गई, वस्त्रां की तोट आ गई, ते खालसा जी अपने तन दे उत्ते उस औखे भरे समय दे विच भी बाणे तो दूर नहीं होए, बाणी तो दूर नहीं होए, बल्कि बोरियां दे ही बाणे बना करके, बोरियां दे चोले सवा करके अपने तन ते पाउण लग पए। ते जे किसी ने बोरी का चोला सवा करके भी निहंग सिंह ने तन ते पाउणा ते प्यार वालिओ अंग्रेज हुकूमत ने उस सिंह उत्ते भी कार्रवाई करनी। मेरे कहण तो भाव ये बाणा, ये बाणी किते इस तरह ही नहीं मिल गए, बहुत वड्डियां घालना घालियां। ते मैं बेनती करा खालसा जी कि अज भी जदों दस्तार सीस ते सजाउने आ, दस्तार नूं भी मस्तक नाल लाया करिए। इस दस्तार प्रति 4 साहिबजादियां दा खून डुलिया, इस दस्तार प्रति गुरु के सिंघां सूरमियां दा खून वहिया है। प्यार वालिओ गात्रे ककार पाउने आ, श्री साहब धारण करदे आ, श्री साहिब नूं भी मस्तक नाल लाया करिए, क्योंकि अस कृपाण खंडो खड़क तुपक तवर अरतीर
ਸੈਫ ਸਰੋਹੀ ਸਹਿਥੀ ਯਹ ਹਮਾਰਾ ਪੀਰ। ਸਤਿਗੁਰੂ ਨੇ ਸ਼ਸਤਰਾਂ ਦੇ ਵਿੱਚੋਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ ਸਿਖਾਏ। ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ, ਪਰ ਕਿਤੇ ਨਾ ਕਿਤੇ ਅੰਗਰੇਜ਼ ਹਕੂਮਤ ਦੇ ਮਨ ਦੇ ਵਿੱਚ ਭੈ ਵੀ ਸੀ। ਇਸ ਕਰਕੇ ਉਹ ਗੁਰੂ ਕੇ ਨਿਹੰਗ ਸਿੰਘਾਂ ਦੇ ਨਾਲ ਰਣ ਤੱਤੇ ਦੇ ਵਿੱਚ ਜੰਗ ਵੀ ਨਹੀਂ ਸਨ ਕਰਦੇ, ਬਲਕਿ ਨਜ਼ਰਬੰਦ ਕਰਕੇ ਮੁਕੱਦਮਾ ਚਲਾ ਦਿੱਤਾ ਗੁਰੂ ਕੇ ਖਾਲਸੇ ਪੰਥ ਦੇ ਉੱਤੇ ਕਿ ਇਹ ਸ਼ਸਤਰ ਕਿਉਂ ਰੱਖਦੇ ਨੇ। ਤੇ ਪਿਆਰ ਵਾਲਿਓ, ਮਨ ਦੇ ਵਿੱਚ ਭੈ ਇਸ ਕਰਕੇ ਸੀ ਕਿਉਂਕਿ ਇਸੇ ਦਲ ਪੰਥ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਨੇ ਮੁਦਕੀ ਦੇ ਮੈਦਾਨ ਦੇ ਵਿੱਚ ਉਸ ਅੰਗਰੇਜ਼ ਹਕੂਮਤ ਨੂੰ ਰਣ ਤੱਤੇ ਦੇ ਵਿੱਚ ਹਾਰ ਦੀ ਧੂੜ ਚਟਾਈ ਸੀ, ਜਿਸ ਅੰਗਰੇਜ਼ ਹਕੂਮਤ ਦੇ ਅੱਗੇ ਵੱਡੇ ਵੱਡੇ ਬਾਦਸ਼ਾਹ ਵੀ ਘੁਟਨੇ ਟੇਕ ਗਏ। ਉਸ ਅੰਗਰੇਜ਼ ਹਕੂਮਤ ਨੂੰ ਗੁਰੂ ਕੇ ਖਾਲਸੇ ਪੰਥ ਨੇ ਨਿਹੰਗ ਸਿੰਘਾਂ ਨੇ ਭਾਜੜਾਂ ਪਾ ਦਿੱਤੀਆਂ। ਅਖੀਰ ਮੁਕੱਦਮਾ ਚੱਲਿਆ। ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਖੁਦ ਇੱਕ ਵੈਲ ਐਜੂਕੇਟਿਡ ਔਰ ਸਰਕਾਰ ਦੇ ਵਿੱਚ ਤਹਿਸੀਲਦਾਰ ਦੀ ਨੌਕਰੀ ਨੂੰ ਛੱਡ ਚੁੱਕੇ ਸਨ। ਉਹ ਮੁਕੱਦਮੇ ਦੇ ਵਿੱਚ ਉਹਨਾਂ ਦੀ ਬਾਜਵਾਬ ਦਲੀਲਾਂ ਨੂੰ ਸੁਣ ਕਰਕੇ ਅੰਗਰੇਜ਼ ਹਕੂਮਤ ਦੇ ਹੱਥ ਖੜੇ ਹੋ ਗਏ ਤੇ ਚਾਲ ਚੱਲੀ ਗਈ ਕਿ ਜੇ ਗੁਰੂ ਕੇ ਖਾਲਸੇ ਨੂੰ ਸ਼ਸਤਰ ਪਹਿਨਣ ਦੀ ਇਜਾਜ਼ਤ ਵੀ ਦੇਣੀ ਹੈ, ਫਿਰ ਇਹਨਾਂ ਨੂੰ ਗੁਲਾਮ ਬਣਾ ਕਰਕੇ ਦਿੱਤੀ ਜਾਵੇ, ਸਰਕਾਰ ਦੇ ਅਧੀਨ ਬਣਾ ਕਰਕੇ ਦਿੱਤੀ ਜਾਵੇ। ਉਹਨਾਂ ਦਿਨਾਂ ਦੇ ਵਿੱਚ ਇਹ ਹੁਕਮ ਜਾਰੀ ਹੋਏ ਕਿ ਜੇ ਕਿਸੇ ਨੇ ਕਿਰਪਾਨ ਪਹਿਨਣੀ ਹੈ, ਸ਼ਸਤਰ ਗਾਤਰੇ ਵਿੱਚ ਪਹਿਨਣਾ ਹੈ, ਕਕਾਰ ਧਾਰਨ ਕਰਨੇ ਨੇ, ਤੇ ਉਹ ਸਰਕਾਰ ਦਾ ਲਾਇਸੈਂਸ ਬਣਾਵੇ, ਤਾਂ ਜਾ ਕੇ ਉਹ ਸ਼ਸਤਰ ਪਹਿਨ ਸਕੇਗਾ, ਕਿਰਪਾਨ ਨੂੰ ਧਾਰਨ ਕਰ ਸਕੇਗਾ ਗਾਤਰੇ ਦੇ ਅੰਦਰ। ਤੇ ਉਸ ਵਕਤ ਪੰਥ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਕਹਿਣ ਲੱਗੇ ਕਿ ਭਾਈ, ਇਹ ਸੰਸਾਰ ਦੀਆਂ ਹੁਕੂਮਤਾਂ ਦੇ ਹੁਕਮਾਂ ਦੇ ਅਧੀਨ ਚੱਲਣ ਵਾਲਾ ਪੰਥ ਨਹੀਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਨਵਾਜਿਆ ਪੰਥ ਹੈ, ਔਰ ਇਹ ਪੰਥ ਆਪਣੇ ਆਪ ਦੇ ਵਿੱਚ ਖੁਦ ਪਾਤਸ਼ਾਹ ਹੈ, ਕਿਉਂਕਿ ਇਸ ਪੰਥ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹੀ ਬਖਸ਼ੀ। इन गरीब सिखण को दऊं पातशाही, याद करे हमरी गुरियाई। ये गुरु का खालसा पंथ है, ये सरकार दे लाइसेंसां दे अधीन नहीं, बल्कि गुरु का खालसा पंथ अपने लाइसेंस बना करके शस्त्रधारी होके इस देश दे अंदर आज़ाद रूप दे विच विचरेगा। ते उस वक्त प्यार वालिओ, बुढ़ा दल दे जथेदार ने फिर शस्त्रां दे लाइसेंस वो गुरु के सिखां नूं उपलब्ध करवाए। ते अज भी ਜਿਹੜੇ ਸਿੰਘ ਕਕਾਰ ਧਾਰਨ ਕਰਦੇ ਨੇ, ਸ਼੍ਰੀ ਸਾਹਿਬਾਂ ਧਾਰਨ ਕਰਦੇ ਨੇ, ਵੱਡੀ ਤੇਗ ਗਾਤਰੇ ਰੱਖਦੇ ਨੇ, ਉਹਨਾਂ ਨੂੰ ਅੱਜ ਵੀ ਦਲਾਂ ਪੰਥਾਂ ਦੇ ਵਿੱਚੋਂ, ਬੁੱਢੇ ਦਲ ਵਿੱਚੋਂ ਲਾਇਸੈਂਸ ਦਿੱਤਾ ਜਾਂਦਾ। ਮੈਂ ਬੇਨਤੀ ਕਰਾਂ, ਅੱਜ ਸ਼ਸਤਰਾਂ ਤੋਂ ਦੂਰ ਕੀਤਾ ਜਾ ਰਿਹਾ, ਸ਼ਾਸਤਰਾਂ ਤੋਂ ਦੂਰ ਕੀਤਾ ਜਾ ਰਿਹਾ, ਬਾਣੀ ਤੋਂ ਦੂਰ ਕੀਤਾ ਜਾ ਰਿਹਾ, ਬਾਣੇ ਤੋਂ ਦੂਰ ਕੀਤਾ ਜਾ ਰਿਹਾ। ਖਾਲਸਾ ਜੀ, ਜੇ ਚਾਹੁੰਦੇ ਆ ਖਾਲਸਾ ਰਾਜ ਆਵੇ, ਖਾਲਸੇ ਬਣ ਜਾਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬਲੋ ਗ੍ਰੰਥ ਸਾਹਿਬ 'ਚ ਕਹਿੰਦੇ, ਖਾਲਸਾ ਜੀ ਹੋ ਖਾਲਸਾ ਤੂੰ ਲੈ ਪਾਤਸ਼ਾਹੀ, ਤੂੰ ਖਾਲਸਾ ਬਣ ਜਾ, ਪਾਤਸ਼ਾਹੀਆਂ ਤੇਰੇ ਚਰਨ ਚੁੰਮਿਆ ਕਰਨਗੀਆਂ। ਇਹ ਗੁਰੂ ਕੀ ਦਾਤ ਦੀ, ਗੁਰੂ ਕੀ ਵਿਰਾਸਤ ਦੀ ਕਲਾ ਵਰਤਦੀ ਹੈ। ਸੋ ਇਹ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ, ਜਿਨ੍ਹਾਂ ਦਾ ਅੱਜ ਸੱਚਖੰਡ ਗਮਨ ਦਿਹਾੜਾ ਹੈ ਖਾਲਸਾ ਜੀ, ਜਿੱਥੇ ਖਾਲਸਾ ਪੰਥ ਦੀ ਮਰਿਆਦਾ ਦੇ ਲਈ ਅਨੇਕ ਘਾਲਣਾ ਘਾਲੀਆਂ, ਉੱਥੇ ਬੰਦਗੀ ਕੀਤੀ, ਜਪ ਤਪ ਕੀਤਾ, ਬਾਣੀ ਬਾਣੇ ਦਾ ਦੇਸ਼ਾਂ ਦੇ ਵਿੱਚ ਵਿਚਰ ਕਰਕੇ ਪ੍ਰਚਾਰ ਕੀਤਾ। ਕਮਾਈ ਵਾਲੇ ਸਨ, ਬੰਦਗੀ ਵਾਲੇ ਸਨ, ਤੇ ਅੱਗੇ ਲੱਖਾਂ ਹੀ ਬੰਦਗੀ ਵਾਲੇ ਤਿਆਰ ਕਰ ਦਿੱਤੇ। ਪੁਰਾਣੇ ਸੰਤ ਮਹਾਂਪੁਰਖ ਦੱਸਦੇ ਨੇ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਸੰਪਰਦਾਇ ਵਾਲੇ ਮਹਾਂਪੁਰਖ, ਸੰਤ ਬਾਬਾ ਸੋਹਣ ਸਿੰਘ ਜੀ ਦਲ ਬਾਬਾ ਵਿਧੀ ਚੰਦ ਵਾਲੇ ਮਹਾਂਪੁਰਖ, ਔਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਨਾਂ ਨੇ ਆਪਣੀ ਲਿਖਤ ਵਿੱਚ ਵੀ ਜ਼ਿਕਰ ਕੀਤਾ ਕਿ ਮਹਾਂਪੁਰਖਾਂ ਨੇ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਦੇ ਪ੍ਰਚਾਰ ਨੂੰ ਸੁਣ ਕਰਕੇ ਖੰਡੇ ਬਾਟੇ ਦੀ ਪੋਲ ਲਈ ਸੀ। ਮੇਰੇ ਕਹਿਣ ਤੋਂ ਭਾਵ ਕਿ ਜੇ ਗੁਰੂ ਕੀ ਵਿਰਾਸਤ ਤੇ ਮਾਣ ਹੋਵੇ, ਗੁਰੂ ਨੂੰ ਸਮਰਪਿਤ ਹੋਈਏ ਤੇ ਕਮਾਈ ਵਾਲੇ ਬੰਦਗੀ ਵਾਲੇ ਹੋਈਏ, ਤੇ ਅੱਗੇ ਕਈ ਬੰਦਗੀ ਵਾਲੇ ਤਿਆਰ ਹੁੰਦੇ ਨੇ। ਸੋ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਦਾ ਅੱਜ ਸੱਚਖੰਡ ਗਮਨ ਦਿਹਾੜਾ ਹੈ, ਔਰ ਐਸੀ ਕਰਨੀ ਵਾਲੇ ਮਹਾਂਪੁਰਖ ਕਿ ਅੱਜ ਦੇ ਦਿਨ 15 ਸੌਣ ਵਾਲੇ ਦਿਨ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਕਾਲੀ ਫੂਲਾ ਸਿੰਘ ਜੀ ਦਾ ਜੋ ਇਤਿਹਾਸਕ ਸਥਾਨ ਹੈ, ਉੱਥੇ ਖਾਲਸਾ ਜੀ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਅਰਦਾਸ ਕਰਕੇ ਗੁਰੂ ਕੇ ਸਿੰਘਾਂ ਨੂੰ ਇਹ ਬਚਨ ਕਰ ਦਿੱਤਾ ਕਿ ਖਾਲਸਾ ਜੀ, ਸਾਡੀ ਕਲਗੀਆਂ ਵਾਲੇ ਨੇ ਨਿਭਾ ਲਈ, ਅਸੀਂ ਨਿਭਾ ਚੱਲੇ। ਤੇ ਖਾਲਸਿਆਂ ਨੂੰ, ਗੁਰੂ ਕਿਆਂ ਸਿੰਘਾਂ ਨੂੰ ਫਤਿਹ ਬੁਲਾ ਕਰਕੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਆਪਣਾ ਸਰੀਰਕ ਚੋਲਾ ਛੱਡ ਦਿੱਤਾ। ਮੇਰੇ ਕਹਿਣ ਤੋਂ ਭਾਵ ਐਸੇ ਸਤਿਪੁਰਸ਼ਾਂ ਦੇ ਜੀਵਨ ਤੋਂ ਆਪਣੇ ਨੌਜਵਾਨਾਂ ਨੂੰ ਜਾਣੂ ਕਰਾਈਏ
ਤਾਂ ਜੋ ਸਾਡੇ ਬੱਚੇ ਵੈਲ ਐਜੂਕੇਟਿਡ ਹੋ ਕਰਕੇ, ਬਾਣੀ ਬਾਣੇ ਦੇ ਧਾਰਨੀ ਹੋ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਘਰ ਘਰ ਪਹੁੰਚਾਉਣ। ਸੋ ਰਹੋ ਵਿਚਾਰ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣ ਅਥਾਹ ਨੇ, ਬੇਅੰਤ ਨੇ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਕਹਿੰਦੇ ਇਹ ਸੰਸਾਰ ਦਾ ਜੀਵ ਕੀਟ ਮਾਤਰ ਹੈ, ਕੀੜੇ ਮਾਤਰ ਹੈ, ਇਸ ਚਮੜੇ ਦੀ ਜ਼ਬਾਨ ਰਾਹੀਂ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਪਰ ਉਹਦੇ ਚਰਨਾਂ ਨੂੰ ਗਲਵੱਕੜੀ ਪਾ ਕਰਕੇ ਇਹ ਬੇਨਤੀ ਕਰ ਸਕਦਾ ਹੈ ਕਿ ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ। ਔਰ ਅੱਗੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਹਮ ਕਿਉ ਕਰ ਜਪ ਹੈ ਇਹ ਆਨਿਆ, ਹਰ ਤੁਮ ਵੱਡ ਅਗਮ ਅਗਾ। ਸਤਿਗੁਰੂ ਕਹਿੰਦੇ ਮੈਂ ਸੰਸਾਰ ਦਾ ਇੱਕ ਕੀਟ ਮਾਤਰ ਜੀਵ ਆਪਣੀ ਜ਼ਬਾਨ ਦੁਆਰਾ ਤੇਰੇ ਗੁਣ ਕਿਵੇਂ ਗਾ ਸਕਦਾ। ਵੇਖੋ ਖਾਲਸਾ ਜੀ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ, ਜਿਨ੍ਹਾਂ ਦੇ ਦਰ ਦੀ ਧੂੜੀ ਵੀ ਨਿਮਰਤਾ ਬਖਸ਼ਦੀ। ਕੈਸੀ ਨਿਮਰਤਾ ਸਤਿਗੁਰਾਂ ਦੇ ਅੰਦਰ। ਮੇਰੇ ਜਿਹਾ ਜਪਜੀ ਸਾਹਿਬ ਕਰਕੇ ਵੀ ਹੰਕਾਰ ਕਰ ਲੈਂਦਾ, ਇੱਕ ਜਪਜੀ ਸਾਹਿਬ ਕਰ ਲਿਆ, ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਖੁਦ ਖੁਦਾ, ਖੁਦ ਬਰਕਤਾਂ ਦੇ ਮਾਲਕ ਇਹ ਗੱਲ ਕਹਿ ਰਹੇ, ਪਰਮਾਤਮਾ ਅੱਗੇ ਹੰਕਾਰ ਨਹੀਂ ਚੱਲਣਾ। ਅਸੀਂ ਪਰਮਾਤਮਾ ਨੂੰ ਨਹੀਂ ਜਪ ਸਕਦੇ, ਇਹ ਤੇ ਪਰਮਾਤਮਾ ਹੀ ਕਿਰਪਾ ਕਰੇ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭੂ ਕਿਰਪਾ ਕਰਕੇ ਸਾਨੂੰ ਜਪਾ ਸਕਦਾ ਹੈ। ਜਿਵੇਂ ਚੌਪਈ ਸਾਹਿਬ ਦੇ ਵਿੱਚ ਸਾਰੇ ਪੜ੍ਹਦੇ ਆ ਨਾ, ਸੁਣੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਕਿ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੇ ਨਾਮ ਨੂੰ ਸੁਣ ਕੇ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੂੰਗਿਆਂ ਨੂੰ ਜ਼ਬਾਨ ਮਿਲ ਜਾਂਦੀ ਹੈ। ਮੂੜ ਬੁੱਧੀ ਵਾਲਿਆਂ ਨੂੰ, ਤੁੱਛ ਬੁੱਧੀ ਵਾਲਿਆਂ ਨੂੰ ਵਿਦਵਾਨਾਂ ਭਰੀ, ਵਿਦਵਤਾ ਭਰੀ ਬੁੱਧੀ ਮਿਲ ਜਾਂਦੀ ਹੈ। ਤੇ ਪਿਆਰ ਵਾਲਿਓ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਦੇ ਵਿੱਚ ਛੱਜੂ ਝੀਵਰ ਜਿਹੇ ਸਿੱਖ ਨੂੰ ਆ ਕਰਕੇ ਐਸੀ ਜ਼ਬਾਨ ਮਿਲੀ ਜਿਹਨੇ ਪਰਮਾਤਮਾ ਦੀ ਸਿਫਤੋ ਸਲਾਹ ਕੀਤੀ। ਮੈਂ ਬੇਨਤੀ ਕਰਾਂ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਿਹਰ ਭਰੀ ਛੜੀ ਛੱਜੂ ਝੀਵਰ ਦੇ ਸੀਸ ਤੇ ਲੱਗੀ ਤੇ ਉਸਨੇ ਗੀਤਾ ਦੇ ਅਰਥ ਕਰਕੇ ਸੁਣਾਏ, ਤਾਂ ਵੀ ਪੰਡਤ ਦਾ ਹੰਕਾਰ ਦੂਰ ਨਾ ਹੋਇਆ। ਕਹਿਣ ਲੱਗਾ ਇਹ ਸਰੀਰਕ ਤੌਰ ਤੇ ਗੂੰਗਾ ਹੈ, ਬੋਲ ਨਹੀਂ ਸਕਦਾ, ਬੋਲਾ ਹੈ, ਸੁਣ ਨਹੀਂ ਸਕਦਾ, ਇਹ ਗੀਤਾ ਦੇ ਅਰਥ ਕਿਸ ਤਰ੍ਹਾਂ ਕਰ ਗਿਆ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰੱਬ ਦੀ ਗੱਲ ਕਰ ਹੀ ਹੋ ਸਕਦਾ ਹੈ ਜਿਹੜਾ ਸੰਸਾਰਕ ਰੂਪ ਤੇ ਗੂੰਗਾ ਵੀ ਹੋਵੇ ਤੇ ਸੰਸਾਰਕ ਤੌਰ ਤੇ ਬੋਲਾ ਵੀ ਹੋਵੇ। ਭਾਵ ਨਾ ਸੰਸਾਰ ਦੀ ਨਿੰਦਿਆ ਚੁਗਲੀ ਕਰੇ ਤੇ ਨਾ ਹੀ ਸੰਸਾਰ ਦੀ ਨਿੰਦਿਆ ਚੁਗਲੀ ਨੂੰ ਕੰਨਾਂ ਰਾਹੀਂ ਸੁਣੇ। ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ ਕੇ ਗੁਰੂ ਕੇ ਦਰਬਾਰ ਚ ਆਵੇਗਾ ਤੇ ਸੱਚ ਹੈ ਅੱਜ ਵੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਛੜੀ ਆਪਣੇ ਸੀਸ ਤੇ ਛੁਹਾ ਕੇ ਜਵਾਬ ਜਾਵੇਗਾ। ਸਤਿਗੁਰੂ ਕਹਿੰਦੇ ਪਰਮਾਤਮਾ ਨੂੰ ਮੈਂ ਕਿਸ ਤਰ੍ਹਾਂ ਜਪ ਸਕਦਾ। ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਪਰਮਾਤਮਾ ਹੀ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਦਾ ਹੈ। ਇਸ ਕਰਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਹਰ ਦੇਹੋ ਪ੍ਰਭੂ ਮਤ ਊਤਮਾ, ਗੁਰ ਸਤਿਗੁਰ ਕੈ ਪਗ ਪਾ। ਪਰਮਾਤਮਾ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਹੈ ਵਾਹਿਗੁਰੂ ਕਿਰਪਾ ਕਰਕੇ ਸਾਨੂੰ परमात्मा ने कृपा करके धुर की बाणी आई, तिन सगली चिंत मिटाई। गुरु ग्रंथ साहिब महाराज सच्चे पातशाह दे चरनां दी मौज बख्श दिती है। ते जे इत्थे आके झोली अड्ड लांगे, अपना भांडा हिरदा रूपी सीधा कर लवांगे ते जरूर दात मिल जाएगी। ते जे इत्थे आके भी संसार दीयां उलझणां विच उलझ के रह गए, गुरु दे बचन नूं सुनिया नहीं, मन च वसाया नहीं, ते कबीर साहब आंदे कबीर साचा सतगुर क्या करे, जो सिखा मह चूक आंदे एक ना लाग गई, जो बांस बजाई फू। कहते लगती नहीं जे गुरु का सिख दात लैण दा पात्र ना बनया हो। ते प्यार वालिओ अरदास करिए, पातशाह तेरे दर ते आ गए हैं, असी भुले हाँ, हम अवगुण भरे एक गुण नाही, अमृत छाड़ बिखै बिख खाही। पातशाह तेरे दर ते आ गए हैं, तू सद लिया, हुण किरपा करके झोली विच नाम दी दात पा दे। किरपा करके पातशाह अपने दर दी, अपने घर दी ओ उत्तम मत बख्श दो, जिस मत दे राही मैनू अपने आपे दी पहचान होनी है।
ਤੇ ਸਤਿਗੁਰੂ ਕਹਿੰਦੇ ਉਸ ਪਰਮਾਤਮਾ ਅੱਗੇ ਅਰਦਾਸ ਕਰ, ਪੂਰੇ ਗੁਰੂ ਦੇ ਚਰਨਾਂ ਦੀ ਮੋਜ ਮੰਗ। ਕਿਉਂ? ਉਸ ਪਰਮਾਤਮਾ ਦੇ ਚਰਨਾਂ ਦੀ ਮੋਜ ਦੇ ਰਾਹੀਂ ਇੱਕ ਕਲਾ ਵਰਤੇਗੀ ਜੇ ਉਹਦੀ ਸੰਗਤ ਦੇ ਵਿੱਚ ਜੁੜ ਗਿਆ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਚਰਨਾਂ ਦੀ ਮੋਜ ਮੰਗ, ਗੁਰੂ ਕੇ ਪਿਆਰਿਆਂ ਦੀ ਸੰਗਤ ਮੰਗ, ਕਿਉਂਕਿ ਗੁਰੂ ਕੇ ਸੰਗਤ ਦੀ ਧੂੜੀ ਵੀ ਪਿਆਰ ਵਾਲਿਓ ਜਨਮਾਂ ਦੀ ਮੈਲ ਨੂੰ ਕੱਟ ਕੇ ਰੱਖ ਦਿੰਦੀ ਹੈ। ਇੱਕ ਵਿਦਵਾਨ ਦਾ ਕਥਨ ਹੈ ਕਿ ਜਿਸ ਤਰ੍ਹਾਂ ਪਿਆਰ ਵਾਲਿਓ ਕਿਸੇ ਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਗਈ ਹੋਵੇ ਤੇ ਉਹ ਅੱਖ ਵਿੱਚ ਸੁਰਮਾ ਪਾ ਕਰਕੇ ਫਿਰ ਆਪਣੀ ਨਜ਼ਰ ਨੂੰ ਤੇਜ਼ ਕਰਦਾ ਸੀ। ਅੱਜ ਕੱਲ੍ਹ ਵਿਗਿਆਨ ਨੇ ਤਰੱਕੀ ਕਰ ਲਈ, ਪੁਰਾਣੇ ਸਮੇਂ 'ਚ ਲੋਕ ਅੱਖਾਂ ਵਿੱਚ ਸੁਰਮਾ ਪਾ ਲਿਆ ਕਰਦੇ ਸਨ। ਉਹ ਕਹਿੰਦਾ ਰੱਬ ਨੂੰ ਤੱਕਣ ਵਾਲੀ ਨਿਗਾਹ ਵੀ ਅੱਜ ਬੰਦੇ ਦੀ ਕਮਜ਼ੋਰ ਹੋ ਚੁੱਕੀ ਹੈ। ਹੁਣ ਉਹ ਨਿਗਾਹ ਨੂੰ ਜੇ ਤੇਜ਼ ਕਰਨਾ ਫਿਰ ਇੱਕ ਯਤਨ ਕਰੋ। ਕੀ ਯਤਨ ਕਰੋ? ਸੂਰਮਾ ਕੁੰਚਰ ਖਾਕ ਔਲੀਆ ਸਤ। ਕਹਿੰਦੇ ਪਰਮਾਤਮਾ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਨੂੰ ਆਪਣੇ ਅੱਖਾਂ 'ਚ ਪਾ ਲਓ, ਮਸਤਕ ਨਾਲ ਲਾ ਲਓ, ਕਿਉਂਕਿ ਇੱਥੋਂ ਦੇ ਇਸ ਦਰ ਦੀ ਧੂੜੀ ਦੇ ਵਿੱਚ ਵੀ ਕਲਾ ਏ ਕਿ ਪਰਮਾਤਮਾ ਨੂੰ ਤੱਕਣ ਦੀ ਦਾਤ ਬਖਸ਼ ਦਿੰਦੀ ਹੈ। ਇਹ ਸੱਚਮੁੱਚ ਦਾਤ ਬਖਸ਼ ਦਿੰਦੀ ਹੈ ਕਿ ਪਰਮਾਤਮਾ ਖੁਦ ਖੁਦਾ ਕੁੱਲ ਕਾਇਨਾਤ ਵਿੱਚੋਂ ਨਜ਼ਰ ਆਉਣ ਲੱਗ ਪਵੇ। ਅੱਗੇ ਸਤਿਗੁਰੂ ਬਚਨ ਕਰਦੇ ਨੇ, ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾ। ਸਤਿਗੁਰੂ ਕਹਿੰਦੇ ਜਦੋਂ ਗੁਰੂ ਦੇ ਚਰਨ ਮਿਲ ਜਾਣ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਜਿਨ੍ਹਾਂ ਨੂੰ ਮਿਲਿਆ ਪਾਤਸ਼ਾਹ ਮੈਨੂੰ ਤੇਰਾ ਨਾਮ ਚੇਤੇ ਆਵੇ। ਮੈਂ ਬੇਨਤੀ ਕਰਾਂ, ਜਦੋਂ ਸੰਸਾਰ 'ਚ ਪਰਿਵਾਰ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਸਕੀਆਂ ਸੰਬੰਧੀਆਂ ਮਿੱਤਰਾਂ ਦੇ ਨਾਲ ਬੈਠਦੇ ਆ ਖਾਲਸਾ ਜੀ, ਉਦੋਂ ਸੰਸਾਰ ਦੀਆਂ ਗੱਲਾਂ ਛੱਡ ਕੇ ਨਿਰੰਕਾਰ ਦੀਆਂ ਗੱਲਾਂ ਕਰਿਆ ਕਰੀਏ। ਪਰਿਵਾਰ ਦੇ ਜੀਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਬੈਠ ਕੇ ਵੀ ਨਿਰੰਕਾਰ ਦੀਆਂ ਬਾਤਾਂ ਪਾਇਆ ਕਰੀਏ, ਤਾਂ ਗੁਰੂ ਘਰ ਤੋਂ ਦਾਤ ਮਿਲੇਗੀ। ਤੇ ਸੰਗਤ ਵਿੱਚ ਆ ਕਰਕੇ ਭਾਵਨਾ ਇਹ ਬਣਾਈਏ ਕਿ ਮੇਰੇ ਤੋਂ ਵੱਡਾ ਪਾਪੀ ਕੋਈ ਨਹੀਂ, ਮੈਂ ਸਭ ਤੋਂ ਬੁਰਾ ਹਾਂ, ਮੇਰੇ ਵਿੱਚ ਔਗੁਣ ਨੇ, ਗੁਣ ਇੱਕ ਵੀ ਨਹੀਂ ਪੱਲੇ, ਪਰ ਮਾਫ ਕਰ ਦਿਓ। ਅੱਜ ਬਹੁਤਾਤ ਵਿੱਚ ਸੰਗਤ ਵਿੱਚ 3-4 ਦਿਨ ਬੰਦਾ ਹਾਜ਼ਰੀ ਭਰ ਲਵੇ ਤੇ ਉਹ ਆਪਣੇ ਆਪ ਨੂੰ ਪ੍ਰਧਾਨ ਦੀ ਨਿਆਈ ਸਮਝਣ ਲੱਗ ਪੈਂਦਾ। ਪਰ ਪਿਆਰ ਵਾਲਿਓ, ਇਸ ਦਰ ਤੇ ਆ ਕੇ ਨਿਮਰਤਾ ਵਿਖਾਈਏ ਭਾਈ ਲਾਲੋ ਜਿਹੀ, ਇਸ ਦਰ ਤੇ ਆ ਕੇ ਨਿਮਰਤਾ ਵਿਖਾਈਏ ਭਾਈ ਜੋਧ ਜਿਹੀ, ਇਸ ਦਰ ਤੇ ਆ ਕੇ ਜੇ ਭਾਈ ਸੋਮੇ ਵਾਲੀ ਨਿਮਰਤਾ ਵਿਖਾਵਾਂਗੇ ਤੇ ਸੱਚ ਹੈ ਗੁਰੂ ਰਾਮਦਾਸ ਦਾ ਦਰ ਸ਼ਾਹਾਂ ਦਾ ਸ਼ਾਹ ਬਣਾ ਦੇਵੇਗਾ। ਤੇ ਜੇ ਇੱਥੇ ਆ ਕੇ ਵੀ ਨਿਮਰਤਾ ਨਾ ਵਿਖਾਈ ਤੇ ਫਿਰ ਪਿਆਰ ਵਾਲਿਓ ਹਾਰ ਦੀ ਧੂੜੀ ਚਟਾ ਕੇ ਰੱਖ ਦੇਵੇਗਾ। ਸੋ ਇੱਥੇ ਆ ਕੇ ਨਿਮਰਤਾ ਸਹਿਤ ਬੇਨਤੀ ਕਰੀਏ, ਤਰਲਾ ਕਰੀਏ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਔਰ ਸਤਿਗੁਰੂ ਕਹਿੰਦੇ ਅਰਦਾਸ ਇਹ ਕਰ, ਤਰਲਾ ਇਹ ਕਰ ਕਿ ਜਨ ਨਾਨਕ ਕਉ ਹਰ ਬਖਸ਼ ਲੈਹੋ, ਹਰ ਤੁਠੈ ਮੇਲ ਮਿਲਾ। ਕਿ ਹੇ ਪਾਤਸ਼ਾਹ ਕਿਰਪਾ ਕਰ, ਮੈਂ ਤੇਰੇ ਦਰ ਤੇ ਆਇਆ, ਤੇਰੇ ਦਰ ਦਾ ਮੰਗਤਾ, ਮੇਰੇ ਕੀਤੇ ਗੁਨਾਹਾਂ ਨੂੰ ਬਖਸ਼ ਦੇ। ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵੱਡ ਗੁਨੇਗਾਰ। ਮੈਂ ਬੇਨਤੀ ਕਰਾਂ, ਜਦੋਂ ਸਤਿਗੁਰੂ ਦੇ ਦਰ ਦੀ ਦਹਲੀਜ਼ ਤੋਂ ਇੱਕ ਕਦਮ ਪਹਿਲਾ ਕਦਮ ਅੰਦਰ ਰੱਖਦੇ ਆ ਖਾਲਸਾ ਜੀ, ਇੱਕ ਵਾਰ ਕਦਮ ਅੰਦਰ ਰੱਖਣ ਤੋਂ ਪਹਿਲਾਂ ਨੇਤਰ ਬੰਦ ਕਰਕੇ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਚੇਤੇ ਕਰ ਲਿਆ ਕਰੋ। ਸੱਚੀ ਗੱਲ ਹੈ, ਫਿਰ ਗੁਰੂ ਦੇ ਦਰ ਤੇ ਆ ਕੇ ਕਿਤੇ ਹੋਰ ਧਿਆਨ ਜਾਵੇਗਾ ਹੀ ਨਹੀਂ, ਬਲਕਿ ਇਹੋ ਅਰਦਾਸ ਨਿਕਲੇਗੀ, ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖਕਾਹੀ। ਹੁਣ ਕਿਰਪਾ ਕਰੋ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਮੈਂ ਤੇਰੇ ਦਰ ਤੇ ਆਇਆ, ਮੇਰੀ ਪੱਤ ਰੱਖ ਲੈ। ਪਾਤਸ਼ਾਹ ਮੈਂ ਤੇਰੇ ਦਰ ਤੇ ਆਇਆ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਬਖਸ਼, ਜਿਨ੍ਹਾਂ ਦੀ ਸੰਗਤ ਕੀਤਿਆਂ ਮੈਨੂੰ ਤੇਰਾ ਨਾਮ ਚੇਤੇ ਆਵੇ। ਕਿਉਂਕਿ ਅਸਲ ਵਿੱਚ ਸਤ ਸੰਗਤ ਹੈ ਹੀ ਉਹ ਜਿੱਥੇ ਸਤ ਦੀ ਗੱਲ ਹੋਵੇ, ਸੱਚ ਦੀ ਗੱਲ ਹੋਵੇ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਚਰਨਾਂ ਨੂੰ ਗਲਵਕੜੀ ਪਾ ਕਰਕੇ, ਪਰਮਾਤਮਾ ਦੇ ਚਰਨਾਂ ਤੇ ਢਹਿ ਢੇਰੀ ਹੋ ਕਰਕੇ ਅਰਜ਼ੋਈ ਕਰ, ਹਰ ਕਿਰਪਾ ਕਰ ਸੁਣ ਬੇਨਤੀ, ਹਮ ਪਾਪੀ ਕਿਰਮ ਤਰਾ। ਅਰਦਾਸ ਕਰ, ਐ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਬੇਨਤੀ ਸੁਣ ਲਓ। ਸੁਣੋ ਸੁਆਮੀ ਅਰਜ਼ ਹਮਾਰੀ ਯਕ ਬਿਨੋ ਕਰੋ ਕਰ ਜ਼ੋਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਸ ਦਰ ਤੇ ਆ ਕੇ ਅਰਦਾਸ ਕਰ, ਸੁਣੋ ਸੁਆਮੀ ਅਰਜ਼ ਹਮਾਰੀ ਯਕ ਬਿਨੋ ਕਰੋ ਕਰ ਜ਼ੋਰ। ਮੈਂ ਤੇਰੇ ਦਰ ਤੇ ਮੱਥਾ ਰਗੜ ਕੇ ਅਰਦਾਸ ਕਰਦਾ, ਕੀ ਦੇਹੋ ਦਰਸ ਜੀੜਾ ਬਲਿਹਾਰੀ।
ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ। ਸ੍ਰੀ ਪਤਰਾਜ ਕਿਸ਼ੋਰ, ਮੈਨੂੰ ਆਪਣੇ ਆਪੇ ਦੀ ਪਹਿਚਾਣ ਕਰਾ ਦਿਓ। ਮੈਂ ਪਾਪੀ ਹਾਂ, ਸੰਸਾਰ ਦਾ ਕੀਟ ਹਾਂ, ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕਰਕੇ ਵਿਸ਼ਿਆਂ ਵਿਕਾਰਾਂ ਨੂੰ ਭੋਗ ਰਿਹਾ। ਖਾਲਸਾ ਜੀ, ਜੇ ਸੰਸਾਰ 'ਚ ਨਿਰੰਕਾਰ ਨਾਲ ਜੁੜਾਂਗੇ, ਜੀਵਨ ਅੰਮ੍ਰਿਤ ਬਣ ਜਾਵੇਗਾ, ਜੀਵਨ ਵਿੱਚ ਅੰਮ੍ਰਿਤ ਵਰਸੇਗਾ। ਜੋ ਪਰੇਸ਼ਾਨੀਆਂ ਤਕਲੀਫਾਂ ਜੀਵਨ ਵਿੱਚ ਆਉਂਦੀਆਂ ਨੇ, ਇਹ ਪਰੇਸ਼ਾਨੀਆਂ ਜੀਵਨ ਵਿੱਚ ਆ ਰਹੇ ਦੁੱਖ ਮੁਸ਼ਕਲਾਂ ਦੂਰ ਹੋ ਜਾਣਗੀਆਂ। ਤੇ ਜੇ ਸੰਸਾਰ ਵਿੱਚ ਵਿਸ਼ੇ ਵਕਾਰ ਨਾਲ ਜੁੜ ਕੇ ਰਹਿ ਜਾਵਾਂਗੇ ਤੇ ਸੱਚ ਹੈ ਫਿਰ ਪਰੇਸ਼ਾਨੀਆਂ ਨੇ ਆ ਕੇ ਵੀ ਘੇਰਾ ਪਾ ਲੈਣਾ। ਵੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ 2021 ਦੇ ਵਿੱਚ ਆ ਰਹੀ ਹੈ, ਪ੍ਰਕਾਸ਼ ਪੁਰਬ ਆ ਰਿਹਾ ਸਤਿਗੁਰੂ ਦਾ। ਪਿਆਰ ਵਾਲਿਓ, ਸਤਿਗੁਰੂ ਸੱਚੇ ਪਾਤਸ਼ਾਹ ਪ੍ਰਥਾਏ ਜੋ ਮਹਾਰਾਜ ਨੇ ਸ਼ਬਦ ਵਰਤੇ ਨੇ, ਕਿਤੇ ਉਹਨਾਂ ਨੂੰ ਧਿਆਨ ਮਾਤਰ ਵਾਚੀਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਏ। ਸਤਿਗੁਰੂ ਨੇ ਸ਼ਬਦ ਕੈਸਾ ਵਰਤਿਆ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸਿਮਰਨ ਕਰ, ਮਹਾਰਾਜ ਦੇ ਚਰਨਾਂ ਨੂੰ ਗਲਵਕੜੀ ਪਾ। ਘਰ ਨੌ ਨਿਦ ਆਵੈ ਧਾਏ, ਧਾਏ ਸ਼ਬਦ ਵਰਤਿਆ, ਸ਼ਬਦ ਆਏ ਨਹੀਂ ਵਰਤਿਆ। ਕਿਉਂ? ਕਿਉਂਕਿ ਜਿਹੜੀ ਚੀਜ਼ ਆ ਰਹੀ ਹੋਵੇ, ਆ ਰਹੀ ਚੀਜ਼ ਨੂੰ ਰੋਕਿਆ ਜਾ ਸਕਦਾ ਹੈ, ਪਰ ਜਿਹੜੀ ਚੀਜ਼ ਨੇ ਧਾਵਾ ਬੋਲ ਦਿੱਤਾ ਹੋਵੇ, ਧਾਵਾ ਬੋਲੀ ਹੋਈ ਚੀਜ਼ ਨੂੰ ਰੋਕਿਆ ਨਹੀਂ ਜਾ ਸਕਦਾ। ਸਤਿਗੁਰੂ ਕਹਿੰਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ, ਮਹਾਰਾਜ ਦੀ ਬਾਣੀ ਦਾ ਜਾਪ ਕਰ, ਸੁੱਖ ਸਹੂਲਤਾਂ ਜੀਵਨ ਦੇ ਵਿੱਚ ਖੇੜੇ, ਜੀਵਨ ਦੇ ਵਿੱਚ ਖੁਸ਼ੀਆਂ ਧਾਵਾ ਬੋਲ ਕੇ ਆ ਜਾਣਗੀਆਂ। ਫਿਰ ਭਾਵੇਂ ਜਿਤਨੇ ਮਰਜ਼ੀ ਕਿਸਮਤ ਬੂਹੇ ਬੰਦ ਕਰ ਲਵੇ, ਪਰ ਜੀਵਨ ਵਿੱਚ ਖੁਸ਼ੀਆਂ ਖੇੜੇ ਆਉਣ ਤੋਂ ਕੋਈ ਰੋਕ ਨਹੀਂ ਸਕੇਗਾ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਲਾ ਹੈ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਬਰਕਤ ਹੈ। ਅੱਗੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਮਹੱਲਾ ਚੌਥਾ। ਹਰ ਕਰਹੁ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਮੇਲ ਦਿਆਲ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਗਤ ਨੂੰ ਜੀਵਨ ਦੇਣ ਵਾਲੇ ਉਸ ਜਗਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ, ਪਾਤਸ਼ਾਹ ਮੈਨੂੰ ਸਤਿਗੁਰੂ ਮਿਲਾ ਦੇ। ਹੁਣ ਆਪਾਂ ਕਹਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੇਲ ਹੋ ਗਿਆ, ਪਰ ਪਿਆਰ ਵਾਲਿਓ, ਵਿਦਵਾਨਾਂ ਦਾ ਕਥਨ ਹੈ ਕਿ ਤਿੰਨ ਤਰ੍ਹਾਂ ਦੇ ਵਿਅਕਤੀ ਸੰਸਾਰ ਤੇ ਵਿਚਰਦੇ ਨੇ। ਦੋ ਤੇ ਉਹ ਨੇ, ਇੱਕ ਆਸਤਕ ਤੇ ਇੱਕ ਨਾਸਤਕ, ਤੇ ਤੀਸਰਾ ਉਹ ਹੈ ਜਿਹਨੂੰ ਗੁਰੂ ਮਿਲ ਪਿਆ। ਹੁਣ ਆਸਤਕ ਤੇ ਨਾਸਤਕ ਦੀ ਬਿਰਤੀ ਕਿਹੋ ਜਿਹੀ ਹੈ? ਵਿਦਵਾਨ ਨੇ ਉਦਾਹਰਣ ਦਿੱਤਾ ਕਿ ਆਸਤਕ ਦਾ ਹਾਲਾਤ ਇਹੋ ਜਿਹਾ ਬਣ ਗਿਆ ਕਿ ਕਿਸੇ ਕੋਲ ਧਨ ਨਹੀਂ, ਪਰ ਉਹ ਧਨ ਦੇ ਗੁਣ ਬਹੁਤ ਗਾ ਰਿਹਾ ਹੈ, ਧਨ ਦੀ ਸਿਫਤ ਸਲਾਹ ਬੜੀ ਕਰ ਰਿਹਾ ਹੈ, ਧਨ ਦੀ ਵਡਿਆਈ ਬੜੀ ਕਰ ਰਿਹਾ, ਪਰ ਧਨ ਪੱਲੇ ਨਹੀਂ। ਤੇ ਜੋ ਨਾਸਤਕ ਹੈ, ਧਨ ਉਹਦੇ ਵੀ ਪੱਲੇ ਨਹੀਂ, ਪਰ ਉਹ ਧਨ ਦੀ ਨਿੰਦਿਆ ਕਰ ਰਿਹਾ ਕਿਉਂਕਿ ਧਨ ਹੈ ਹੀ ਨਹੀਂ ਪੱਲੇ। ਪਰ ਜਿਹੜਾ ਤੀਸਰਾ ਹੈ, ਜਿਹਨੂੰ ਮਿਲ ਪਿਆ, ਜਿਹਨੂੰ ਧਨ ਮਿਲ ਚੁੱਕਿਆ, ਕਹਿੰਦੇ ਨੇ ਉਹਦੇ ਜੀਵਨ ਵਿੱਚ ਧਨ ਹੈ ਤੇ ਉਹ ਆਪਣੀ ਮੌਜ ਦੇ ਵਿੱਚ ਜੀਵਨ ਦਾ ਆਨੰਦ ਮਾਣ ਰਿਹਾ, ਆਪਣੇ ਜੀਵਨ ਨੂੰ ਸੁੱਖਾਂ ਵਿੱਚ ਬਤੀਤ ਕਰ ਰਿਹਾ, ਰੋਲਾ ਨਹੀਂ ਪਾ ਰਿਹਾ। ਅੱਜ ਹਾਲਾਤ ਇਹ ਬਣ ਗਏ ਨੇ ਕਿ ਪਿਆਰ ਵਾਲਿਓ, ਵਾਦ ਵਿਵਾਦ ਵਿੱਚ ਉਲਝ ਕੇ ਰਹਿ ਗਏ। ਜਿਹੜੇ ਤੇ ਮੰਨਦੇ ਨੇ ਉਹ ਮਨਾਉਣ ਦੇ ਚੱਕਰਾਂ ਵਿੱਚ ਨੇ, ਜਿਹੜੇ ਨਹੀਂ ਮੰਨਦੇ ਉਹ ਨਾ ਮਨਾਉਣ ਦੇ ਚੱਕਰਾਂ 'ਚ ਨੇ। ਆਸਤਕ ਆਪਣੀਆਂ ਦਲੀਲਾਂ ਰੱਖ ਰਿਹਾ, ਨਾਸਤਕ ਆਪਣੀਆਂ ਦਲੀਲਾਂ ਰੱਖ ਰਿਹਾ, ਪਰ ਸੱਚ ਹੈ ਜਿਨੇ ਨਾਮ ਧਨ ਨੂੰ ਪਾਲਿਆ, ਬਾਬਾ ਸਾਹਿਬ ਸਿੰਘ ਕਲਾਧਾਰੀ ਜਿਹੇ ਮਹਾਂਪੁਰਖਾਂ ਨੇ ਉਹਨਾਂ ਜ਼ਿੰਦਗੀ ਦੀ ਬਾਜੀ ਜਿੱਤ ਲਈ। ਜਿਨ੍ਹਾਂ ਨਾਮ ਧਨ ਪਾਲਿਆ, ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ, ਉਹਨਾਂ ਨਾਮ ਬਾਜੀ ਜਿੱਤ ਲਈ, ਉਹਨਾਂ ਨੇ ਰੋਲਾ ਨਹੀਂ ਪਾਇਆ। ਜਿਨ੍ਹਾਂ ਨਾਮ ਧਨ ਪਾਲਿਆ, ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਜਿਹੇ ਮਹਾਂਪੁਰਖਾਂ ਨੇ, ਉਹਨਾਂ ਰੋਲਾ ਨਹੀਂ ਪਾਇਆ, ਕਿਉਂਕਿ ਉਹਨਾਂ ਨੂੰ ਗੁਰੂ ਮਿਲ ਗਿਆ। ਤੇ ਭਗਤ ਸਾਹਿਬ ਕਹਿੰਦੇ, ਜਿਨ ਹਰ ਪਾਇਓ ਤਿਨੇ ਛਪਾਇਓ। ਜਿਹਨੂੰ ਹਰੀ ਮਿਲ ਜਾਵੇ, ਹਰੀ ਦੀ ਸੰਗਤ ਦਾ ਮਿਲਾਪ ਹੋ ਜਾਵੇ, ਉਹ ਫਿਰ ਪਿਆਰ ਵਾਲਿਓ ਰੋਲਿਆਂ ਵਿੱਚ ਨਹੀਂ ਪੈਂਦਾ। ਉਹ ਤੇ ਆਨੰਦ ਮਾਣਦਾ ਹੈ ਬੰਦਗੀ ਦਾ, ਸਿਮਰਨ ਦਾ, ਇਬਾਦਤ ਦਾ। ਉਹ ਤੇ ਦਿਨ ਰਾਤ ਉਸ ਪਿਆਰੇ ਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ ਹੈ। ਔਰ ਇਹ ਗੱਲ ਕਹਿੰਦਾ, ਖੁਦਾ तेरी बज़म ने इस अंदाज से लूटा मुझको कि अहले हजूम में भी मेरी तन्हाई नहीं जाती। कि परमात्मा तेरी याद ने तो इस तरह मेरे जीवन विच लुट पाई है कि जदों मैं चार जियां दे विच भी बैठदा तां भी मैनू तेरे प्रति वैराग तो बिना होर कुछ सुझदा ही नहीं। चार जियां दे विच बह के भी जिदन गुरु नानक साहब की याद विच जुड़ जावो समझियो गुरु मिल पिया। जिदन चार जियां दे विच बैठ के संसार नहीं निरंकार चेते आवे समझो गुरु का मिलाप हो गया। अगे सतगुरु सच्चे पातशाह बख्शिश करते ने
कि जदों गुरु मिल पवे ना ते गुरु की सेवा दे विच भी एक बरकत है, गुरु की संगत दे विच, गुरु दे दर दी सेवा दे विच बरकत है कि गुर सेवा हर हम भाईया हर होआ हर कृपाल। सतगुरु गुरु रामदास सच्चे पातशाह कहंदे जदों गुरु मिल पवे ते फिर गुरु कृपा कर दवे, रहमत कर दवे, बख्शिश कर दवे ना, ਜਿਹੜੀ सेवा दे विच संसार दे जीव दा मन नहीं लगदा, चित नहीं लगदा, सिमरन करन विच मन नहीं लगदा, कहंदे गुरु दी कृपा दे नाल, बख्शिश दे नाल, रहमत दे नाल फिर गुरु दी सेवा दे विच, गुरु दे सिमरन दे विच भी मन लग पैंदा। जदों गुरु कृपा कर दवे, गुरु तरस कर दवे, रहमत कर दवे। इसे करके प्यार वालिओ, जे पुराने सिखां दे इतिहास नूं वाचांगे, भाई मंझ जी ने इन्नी सेवा करन तो बाद भी इक्को दात मंगी कि पातशाह मेरी झोली दे विच रहमत पा दिओ, मेरी झोली दे विच मेहर पा दिओ, क्योंकि उस परमात्मा दी, अकाल पुरख दी, गुरु नानक साहब दी प्यार वालिओ नदर हो जावे ते रिठे भी मिठे हो जाते ने। फिर अज रुखे हुए लोग मिठे क्यों ना होणगे, ते रुखे हुए लोग मिठे उदों होणगे जदों जीवन दे विच नाम दा अमृत वरतेगा। अगे सतगुरु सच्चे पातशाह बचन करते ने, सब आसा मनसा विसरी मन चूका आल जंजाल। जदों गुरु दी सेवा दे विच मन लग पिया ते सच है संसार दियां आसां, संसार दियां दुविधावां खत्म हो गईयां। ये जिहड़ा मन ये विषयां वकारां दी दलदल दे विच धसदा जा रहा सी, मोह दे विच धसदा जा रहा सी, ये मन भी इस दलदल दे विचों बाहर आ गया ते मन उस गुरु दे चरनां विच जुड़ गया। फिर मन ने भी ये गल नूं कबूल कर रहा कि आनंद भया मेरी माए सतगुरु मैं पाया, सतगुरता पाया सहज सेती मन वजियां बधाइयां। मन ने कबूल कर लिया, मन ने उस गुरु की मौजूदगी नूं महसूस कर लिया कि अगों देखै पिछों देखै तुझ ते कहाँ छपावै। जेड़ा बंद कमरे दे विच भी चार पासे कैमरिਆਂ वाल निगाह मार के पाप कमाउण मन लग जांदा सी, जदों गुरु की कृपा हो गई, गुरु की रहमत हो गई ते फिर प्यार वालिओ मन नूं सोझी हो गई कि गुर मेरा संग सदा है नाले, गुरु मैनू हर पल वेख रहा है, मैं इस शरीर रूपी चोले दे नाल कोई माड़ा कर्म नहीं कमाउणा, दरगाह विच जाके लेखा देना पवेगा। सतगुरु सच्चे पातशाह अगे कृपा करते ने, गुर तुठै नाम दृढ़ाया हम कीए शब्द निहाल। सतगुरु कहंदे जदों गुरु तुठ पवे, गुरु कृपा कर दवे, नाम दृढ़ करवा दवे, वाहिगुरु गुरमंत्र दा परमात्मा दे याद विच जोड़ दवे, नाम दृढ़ हो जावे ते सच है जेड़ा जीवन ये जिंदगी भी अज मोया वर्गी लगदी है, ये जीवन विच असीं निहाल हो जाने आ। जीवन दे विच उस स्वर्ग नूं उस सचखंड नूं प्राप्त कर लैने आ। नानक भगतां सदा विगास वाली अवस्था नूं हासिल हो जाने आ जदों गुरु कृपा करके नाम दृढ़ करवा दवे। ते प्यार वालिओ भाई साहब रोज़ाना अमृत संचार की अनाउंसमेंट संगतां लई करदे ने। सच है जिन्ने खंडे बाटे की पोल लई उहनूं नाम दृढ़ हो गया। प्यार वालिओ गुरु गोबिंद सिंह महाराज दे बचन ने, कलप कलप प्रत अक्षर कही श्री गुरु नानक जपियो सही, सा मंत्र प्रभ खाल से दीना, वाहे गुरु पद पावन कीना। के गुरु के खालसा जी जदों अमृत संचार वेले पंज प्यारे वाहे गुरु गुरमंत्र दृढ़ कराउंदे ने, इन्हां अखरां नूं, इन्हां वाहे गुरु गुरमंत्र दे शब्दां नूं संसार दे अखरां दा जोड़ ही ना समझिओ। इस वाहे गुरु गुरमंत्र नूं गुरु नानक साहब ने भी रसना ते टकाया, ओही वाहे गुरु गुरमंत्र खालसे दी झोली विच पाया है। ते सच है जेड़ा भी वाहे गुरु गुरमंत्र दा जाप करेगा वो संसार रूपी भवसागर तो पार जरूर होवेगा, वो अपने अंदरों हौमै नूं जरूर मार लवेगा। वाहे गुरु गुरमंत्र है जप हौमै खोई, पर जपना पवेगा, अभ्यास करना पवेगा, ताई जा करके गुरु के सिख का जीवन निहाल होवेगा। अगे सतगुरु सच्चे पातशाह बचन करते ने, जन नानक तुट धन पाया, हर नामा हर धन माल। वाहे गुरु गुरमंत्र मिल गया, नाम धन मिल गया। कहते ऐसा ये नाम धन है, इहदे विच कदे तोट नहीं आउंदी, ये कदे मुकदा नहीं। संसार दा धन खालसा जी इकट्ठा कर लईए ते खर्च लईए, इकट्ठा करन तो बाद जमा पूंजी अक्सर मुक जाती है।
खत्म हो जाती है। पर सच है गुरु घर आ करके एक खिण भी जे बंदे ने वाहेगुरु कह दिता ते कदे मुक्केगा नहीं। समा आउण ते ए वाहेगुरु गुरमंत्र एक खण जपिया भी वाहेगुरु दा नाम साडी सहायता जरूर कर देवेगा। कई बार अपने जीवन दे विच घटनावां वापरदियां ना, जिथे आपां ये शब्द वरत जाने सुभावक कि अज ते शायद चंगे कर्मां ने बचा लिया। और चंगे कर्म किहड़े ने? परमात्मा दी याद विच जुड़ना, वाहेगुरु गुरमंत्र दे अभ्यासी होना। इसे करके सतपुरुष महापुरख अक्सर एक गल करिया करते सन कि भाई जिथे गुरु घर जाके कीर्तन सुनते हो, जिथे गुरु घर जा करके कथा सुनते हो, जतन करिया करो घर दे विच नितनेमी जरूर होवो। गुरु ग्रंथ साहिब महाराज जी की बाणी दे सहज पाठ करो, बाणी पढ़ो, बाणी विचारो ते वाहेगुरु गुरमंत्र दे अभ्यासी होवो। ताई जाके वो नाम धन की प्राप्ति होवेगी। अगे सतगुरु गुरु रामदास सच्चे पातशाह किरपा करते ने। उस अकाल पुरख वाहेगुरु परमात्मा की कैसी शख्सियत है, कैसी हस्ती है, उस हस्ती तो जाणू कराउंदे ने और बचन करते ने। पौड़ी हर तुम वड वडे वडे वड ऊंचे, सब ऊपर वडे वडौना। सतगुरु गुरु रामदास सच्चे पातशाह कहते हे हरि, हे परमात्मा तू सारियां तो वड्डा है, तेरे तो वड्डा संसार दे तख्ते ते कोई भी नहीं। भावें कोई बादशाह अपने आप नूं अखावे, कुछ भी ताकत पल्ले होवे, पर सच है परमात्मा सारियां ताकतां बख्शण वाला मालक तू ही है। अकाल उस्तत दे विच इसे करके सतगुरु ने कहा कि कहूँ महाराजन को दीजत अनंत दान, कहूँ महाराजन ते छीन छित लेत हो। कहते ने किते महाराजा भी अपने मन दे विच हंकार ना कर लवे कि मैं लोकां नूं दान देना। कहते नहीं, ये उस महाराजे नूं, उस धनाड़ पुरुष नूं भी उस परमात्मा ने किरपा करके धनाड़ बनाया, रहमत कीती, बख्शिश कीती कि अज वो संसार दे लोड़वंदां दी मदद करन दा चाहवान हो गया। संसार दे लोड़वंदां दी मदद करन दी समर्था रखदा है। ये गुरु दी कृपा है, गुरु दी रहमत है। ते जे कोई हंकार कर लवे कि मेरे तो वड्डा दानी कोई नहीं, मेरे तो वड्डी शख्सियत दा मालक कोई नहीं, ते फिर सतगुरु कहंदे कहूँ महाराजन ते छीन छित लेत हो। फिर एक पल भी नहीं लाउंदा ते महाराजियां कोलों भी सारी जायदाद धनाड़ ताकतां वापस खिंच लैंदा है। ये उस अकाल पुरख वाहिगुरु परमात्मा की हस्ती है कि परमात्मा दे अगे किसी का हंकार नहीं चलता। अकाल पुरख वाहिगुरु परमात्मा सब तो वड्डा है, सब ते वड्डा सतगुर नानक जिन कल राखी मेरी। सब तो वड्डा है परमात्मा, जिहड़ी कुल कायनात की पालना कर रहा है, जिहड़ा कुल कायनात नूं रिज़क दे रहा है, रोजी दे रहा है। सतगुरु गुरु रामदास सच्चे पातशाह कहंदे सारियां दे उपर उस वड्डे दा हुक्म चल रहा है। हुक्म है अंदर सब को, बाहर हुक्म ना कोई। ओदे हुक्म ने साह चल रहे ने, ओदा हुक्म होवेगा ते साह रुक भी सकते ने। सारियां उपर, सब ऊपर वड्डे वडाउना। अगे सतगुरु बचन करते ने जो ध्याव है हर अपरंपर, हर 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 ध्याए हरे ते होना। सतगुरु कहंदे जेड़े उस वड्डे नूं, उस प्यारे नूं ध्याउणा शुरू कर देंदे ने, ओदी बंदगी करनी शुरू कर देंदे ने, कहंदे उस अकाल पुरख वाहिगुरू दे विच ही समा जांदे ने, परमात्मा दा रूप ही हो जांदे ने। हर हर जन दुई एक है, बिब विचार कछ नाहे, जल ते उपज तरंग ज्यों जल ही छुटै समाहे। प्यार वाले वो हरि दा रूप हो जाते ने। जिमें जल दे विचों बूंद उछाला मारे पर अंत फिर वो बूंद जल दे विच समा जाती है। जेड़ा परमात्मा दा नाम जपण लग पवे, वाहिगुरु गुरमंत्र दा अभ्यासी हो जावे, वो गुरु के सिख, वो परमात्मा दे प्यारे परमात्मा दा रूप हो जाते। इसे करके आपां अक्सर शब्द वरतदे हाँ अभ्यासी गुरसिखां नूं वेख करके कि ये परमात्मा दा प्यारा इतनी बंदगी करदा है कि इहदे दर्शन कीतियां भी भुख लैंदी है। क्यों? क्योंकि वो उस नूं जप रहा है, उस दी बंदगी कर रहा है, उस दी पूजा कर रहा है, जिस दी पूजा कीतियां जन्मां जन्मां दे दुख दूर हुंदे ने। सतगुरु कहंदे जेड़े परमात्मा नूं ध्याउंदे ने, वो परमात्मा दा रूप हो जाते ने। हरि को जपंत सभी साध और संत, ना ही किसी से डरंत जो ही नाम को जपत है।
ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ। ਅੱਗੇ ਸਤਿਗੁਰੂ ਬਚਨ ਕਰਦੇ ਨੇ, ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ, ਤਿਨ ਕਾਟੇ ਪਾਪ ਕਟਾਉਣਾ। ਸਤਿਗੁਰੂ ਕਹਿੰਦੇ, ਹੇ ਸੁਆਮੀ, ਹੇ ਵਾਹਿਗੁਰੂ, ਜਿਹੜੇ ਤੇਰਾ ਜਸ ਸੁਣ ਵੀ ਲੈਂਦੇ ਨੇ, ਜਿਹੜੇ ਤੇਰਾ ਜਸ ਗਾ ਵੀ ਲੈਂਦੇ ਨੇ, ਸੱਚ ਹੈ ਤੇਰੀ ਰਹਿਮਤ ਦੇ ਨਾਲ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੁਣ ਲੈਣ। ਤੇ ਮੈਂ ਬੇਨਤੀ ਕਰਾਂ, ਜਿਸ ਸੰਸਾਰ 'ਚ ਜਿੱਥੇ ਸਾਕਤ ਗੀਤ ਨਾਦ ਆਪਾਂ ਸੁਣਦੇ ਹਾਂ, ਖਾਲਸਾ ਜੀ ਯਤਨ ਕਰਿਆ ਕਰੋ, ਆਪਣੇ ਬੱਚਿਆਂ ਨੂੰ ਵੀ ਗੁਰੂ ਕਾ ਕੀਰਤਨ ਸੁਣਾਇਆ ਕਰੀਏ। ਘਰ ਦੇ ਵਿੱਚ ਸਹਿਜ ਪਾਠ ਦੀ ਰਿਕਾਰਡਿੰਗ ਲਾ ਲਿਆ ਕਰੀਏ ਕਿ ਖਾਣਾ ਪਕਾਉਂਦੇ ਕੰਮ ਕਰਦੇ ਵੀ ਗੁਰੂ ਕੀ ਬਾਣੀ ਦਾ ਜਸ ਕੰਨਾਂ ਵਿੱਚ ਚੱਲਦਾ ਰਵੇ। ਅੱਗੇ ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਤੁਮ ਜੈਸੇ ਹਰ ਪੁਰਖ ਜਾਣੇ, ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹੇ ਪਰਮਾਤਮਾ, ਜਿਹੜੇ ਤੈਨੂੰ ਧਿਆਉਂਦੇ ਨੇ ਤੇਰਾ ਰੂਪ ਹੋ ਜਾਂਦੇ ਨੇ, ਜਿਹੜੇ ਤੇਰੀ ਮਤ ਨੂੰ ਧਾਰਨ ਕਰ ਲੈਂਦੇ ਨੇ, ਸੱਚ ਹੈ ਉਹਨਾਂ ਦੇ ਭਾਗ ਵੱਡੇ ਹੋ ਜਾਂਦੇ ਨੇ ਤੇ ਉਹ ਤੇਰੀ ਹੀ ਨਿਆਈ ਹੋ ਜਾਂਦੇ ਨੇ। ਪਰਮਾਤਮਾ ਦੇ ਪਿਆਰੇ ਪਰਮਾਤਮਾ ਜਿਹੇ ਹੋ ਜਾਂਦੇ ਨੇ ਜਿਹੜੇ ਪਰਮਾਤਮਾ ਨੂੰ ਜਾਣ ਲੈਣ, ਪਰਮਾਤਮਾ ਦੀ ਗੁਰੂ ਦੀ ਮਤ ਨੂੰ ਧਾਰਨ ਕਰ ਲੈਣ। ਇਸ ਕਰਕੇ ਅਖੀਰਲੇ ਬਚਨ 'ਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਭਾਈ ਗੁਰਸਿੱਖੋ ਯਤਨ ਕਰੋ, ਸਭ ਧਿਆਵਹੁ ਆਦ ਸਤੇ, ਜੁਗਾਦ ਸਤੇ, ਪਰਤਖ ਸਤੇ, ਸਦਾ ਸਦਾ ਸਤੇ, ਜਨ ਨਾਨਕ ਦਾਸ ਦਸੋਨਾ। ਇਸ ਕਰਕੇ ਭਾਈ ਉਸ ਪਰਮਾਤਮਾ ਨੂੰ ਧਿਆਓ ਜੋ ਆਦ ਸੱਚ ਹੈ, ਜੁਗਾਦ ਸੱਚ ਹੈ। ਜਦੋਂ ਪ੍ਰਿਥਵੀ ਨਹੀਂ ਸੀ, ਵਾਯੂ ਮੰਡਲ ਨਹੀਂ ਸੀ, ਪਰਮਾਤਮਾ ਤਾਂ ਵੀ ਸੱਚ ਹੋ ਕੇ ਵਰਤ ਰਿਹਾ ਸੀ। ਪ੍ਰਿਥਵੀ ਬਣੀ, ਪਰਮਾਤਮਾ ਤਾਂ ਵੀ ਵਰਤ ਰਿਹਾ ਸੀ। ਅੱਜ ਵੀ ਪ੍ਰਤੱਖ ਸਮੇਂ ਦੇ ਵਿੱਚ ਵੀ ਪਰਮਾਤਮਾ ਵਰਤ ਰਿਹਾ ਹੈ। ਉਹ ਮਹਿਸੂਸ ਤਾਂ ਹੋਵੇਗਾ ਜੇ ਉਹਨੂੰ ਜਪਾਂਗੇ, ਉਹਨੂੰ ਧਿਆਵਾਂਗੇ। ਸੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਵੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਸਵਾਸਾਂ ਰੂਪੀ ਲੜੀ ਬਖਸ਼ ਕਰਕੇ 3 ਦਿਨ ਆਪ ਸਭ ਸੰਗਤਾਂ ਦੇ ਚਰਨ ਪਰਸਨ ਲਈ ਇਹ ਘੜੀਆਂ ਬਖਸ਼ੀਆਂ। ਆਪ ਸਭ ਸੰਗਤਾਂ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ, ਤਿੰਨਾਂ ਦਾ ਧੰਨਵਾਦ। ਆਓ ਅਖੀਰਲੀ ਪੰਕਤੀ ਦਾ ਜਾਪ ਕਰਕੇ ਖਿਮਾ ਜਾਚਨਾ ਕਰੀਏ ਜੀ। ਸਭ ਧਿਆਵਹੁ ਆਦ ਸਤੇ, ਜੁਗਾਦ ਸਤੇ, ਪਰਤਖ ਸਤੇ, ਸਦਾ ਸਦਾ ਸਤੇ, ਜਨ ਨਾਨਕ ਦਾਸ ਦਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।